ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਜੀਵਨ ਯਾਤਰਾ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਇੱਕ ਕਿਤਾਬ ਜਿਹੜੀ ਕਿ ਲਿਖੀ ਗਈ ਹੈ ਚਰਨਜੀਤ ਸਿੰਘ ਜੀ ਵੱਲੋਂ, ਉਸ ਨੂੰ ਪੜ੍ਹ ਕੇ ਆਪ ਜੀ ਨੂੰ ਆਪਣੀ ਜ਼ੁਬਾਨ ਵਿੱਚ ਇਹ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਜੋ ਕੁਛ ਵੀ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਉਹ ਗਿਆਨੀ ਮਸਕੀਨ ਜੀ ਵੱਲੋਂ ਸੰਗਤਾਂ ਨੂੰ ਆਪਣੇ ਜੀਵਨ ਬਾਰੇ ਦੱਸਿਆ ਗਿਆ ਹੈ। ਆਪਣਾ ਮਿਹਰ ਭਰਿਆ ਹੱਥ ਰੱਖਿਓ। ਆਡੀਓ ਵੀਡੀਓ ਪੂਰੀ ਸੁਣਿਓ। ਧੰਨਵਾਦ ਜੀ। ਜੀਵਨ ਯਾਤਰਾ ਮਸਕੀਨ ਜੀ ਦੀ ਆਪਣੀ ਜ਼ਬਾਨੀ। ਦਾਸ ਦਾ ਜਨਮ ਸਰਦਾਰ ਕਰਤਾਰ ਸਿੰਘ ਜੀ ਦੇ ਘਰ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਜ਼ਿਲ੍ਹਾ ਬੰਨੂ ਤਹਿਸੀਲ ਲੱਕੀ ਮਰਵਤ ਸੰਨ 1934 ਈਸਵੀ ਵਿੱਚ ਹੋਇਆ। ਮੇਰਾ ਜਨਮ ਅਸਥਾਨ ਸੂਬਾ ਸਰਹੱਦ ਫਰੰਟੀਅਰ ਦੇ 6 ਜ਼ਿਲ੍ਹਿਆਂ ਦੇ ਸੂਬੇ ਬੰਨੂ ਵਿੱਚ ਹੋਇਆ। ਬਾਕੀ 5 ਜ਼ਿਲ੍ਹੇ ਹਨ: ਹਜ਼ਾਰਾ, ਮਰਦਾਨ, ਪਿਸ਼ਾਵਰ, ਕੋਹਾਟ ਅਤੇ ਡੇਹਰਾ ਇਸਮਾਈਲ ਖਾਨ। ਬਚਪਨ ਵਿੱਚ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਹੀ ਪੜ੍ਹਾਈ ਕੀਤੀ, ਪਰੰਤੂ ਅਕਾਲ ਪੁਰਖ ਨੇ ਛੋਟੀ ਅਵਸਥਾ ਵਿੱਚ ਹੀ ਦਿਲ ਵਿੱਚ ਇੱਕ ਅਜਿਹੀ ਤੜਪ ਪੈਦਾ ਕਰ ਦਿੱਤੀ ਸੀ ਜਿਸ ਵਿੱਚ ਕੁਝ ਅੰਸ਼ ਸ਼ਾਇਰੀ ਅਤੇ ਕਵੀ ਦੇ ਉਮੜ ਰਹੇ ਸਨ। ਕਦੀ ਕਦੀ ਮੇਰੇ ਅੰਦਰੋਂ ਤੁਕਬੰਦੀਆਂ ਦੇ ਰੂਪ ਵਿੱਚ ਕੁਝ ਅਜਿਹੇ ਭਾਵ ਦੇ ਬੋਲ ਨਿਕਲ ਪੈਂਦੇ ਸਨ ਕਿ ਖੇਡਦਿਆਂ ਬਚਪਨ ਦੇ ਸਾਥੀ ਸੁਣ ਕੇ ਹੈਰਾਨ ਹੁੰਦੇ ਸਨ ਅਤੇ ਉਹਨਾਂ ਬੋਲਾਂ ਦਾ ਆਨੰਦ ਮਾਣਦੇ ਸਨ। ਸੂਬਾ ਸਰਹੱਦ ਦੀ ਧਰਤੀ ਅਜਿਹੀ ਸੀ ਕਿ ਉੱਥੇ ਰਹਿਣ ਵਾਲੀਆਂ ਦੋਵੇਂ ਕੌਮਾਂ ਹਿੰਦੂ ਸਿੱਖ ਆਪਸ ਵਿੱਚ ਬੜੇ ਪ੍ਰੇਮ ਪਿਆਰ ਨਾਲ ਵਸਦੇ ਸਨ ਅਤੇ ਉਹਨਾਂ ਵਿੱਚ ਧਰਮ ਲਈ ਬੜੀ ਸ਼ਰਧਾ ਅਤੇ ਪਿਆਰ ਹੁੰਦਾ ਸੀ। ਇਸੇ ਕਰਕੇ ਹਰ ਬੱਚਾ ਦੋਨੋਂ ਟਾਈਮ ਗੁਰਦੁਆਰੇ ਜਾਣਾ ਆਪਣਾ ਫਰਜ਼ ਸਮਝਦਾ ਸੀ। ਹਰ ਬੱਚੇ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਨ ਅਤੇ ਆਰਤੀ ਉੱਚੀ ਉੱਚੀ ਬੋਲਣ ਦੀ ਚਾਹਤ ਹੁੰਦੀ ਸੀ। ਜਿਹੜਾ ਬੱਚਾ ਗੁਰਦੁਆਰੇ ਨਹੀਂ ਜਾਂਦਾ ਸੀ ਉਸ ਨੂੰ ਚੰਗਾ ਬੱਚਾ ਨਹੀਂ ਜਾਣਿਆ ਜਾਂਦਾ ਸੀ। ਮੈਂ ਵੀ ਕੁਝ ਬੱਚਿਆਂ ਦੀ ਟੋਲੀ ਵਿੱਚ ਸ਼ਾਮਲ ਹੋ ਗਿਆ ਅਤੇ ਰੋਜ਼ ਸਵੇਰੇ ਨਿਤਨੇਮ ਜਪਜੀ ਸਾਹਿਬ ਦਾ ਪਾਠ ਕਰਨਾ ਅਤੇ ਸ਼ਾਮ ਨੂੰ ਬੜੀ ਚਾਅ ਨਾਲ ਸਭ ਤੋਂ ਅੱਗੇ ਬੈਠ ਕੇ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਨਾ ਤੇ ਆਰਤੀ ਪੜ੍ਹਨੀ। ਖੇਡਾਂ, ਪੜ੍ਹਾਈ ਤੇ ਨਿਤਨੇਮ ਵਿੱਚ ਬਚਪਨ ਬਤੀਤ ਹੋ ਰਿਹਾ ਸੀ। ਚੌਥੀ ਕਲਾਸ ਪ੍ਰਾਇਮਰੀ ਸਕੂਲ ਖਾਲਸਾ ਸਕੂਲ ਤੋਂ ਪਾਸ ਕਰਕੇ ਮੈਂ ਗਵਰਨਮੈਂਟ ਹਾਈ ਸਕੂਲ ਵਿੱਚ ਦਾਖਲਾ ਲੈ ਲਿਆ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮੈਂ ਹਾਈ ਸਕੂਲ ਵਿੱਚ ਵੀ ਪੜ੍ਹਾਈ ਵਿੱਚ ਅਵਲ ਹੀ ਆਉਂਦਾ ਰਿਹਾ, ਜਿਸ ਕਾਰਨ ਮੈਨੂੰ ਅੱਗੇ ਹੀ ਬਿਠਾਇਆ ਜਾਂਦਾ ਸੀ। ਮੈਨੂੰ ਹਰ ਕਲਾਸ ਦੇ ਮਾਸਟਰ ਜੀ ਅਤੇ ਹੈੱਡ ਮਾਸਟਰ ਜੀ ਤੋਂ ਪਿਆਰ ਅਤੇ ਉਤਸ਼ਾਹ ਪ੍ਰਾਪਤ ਸੀ। ਸਮਾਂ ਬੜੇ ਪਿਆਰ ਉਤਸ਼ਾਹ ਨਾਲ ਬਤੀਤ ਹੋ ਰਿਹਾ ਸੀ ਕਿ ਅਚਾਨਕ ਇੱਕ ਬਿਪਤਾ ਦੇਸ਼ ਦੀ ਵੰਡ ਹੋ ਗਈ। ਅਸੀਂ ਘਰ ਦੇ ਕੁੱਲ 4 ਜੀ ਸਾਂ: ਮਾਤਾ ਜੀ, ਪਿਤਾ ਜੀ, ਇੱਕ ਭੈਣ ਸੁਜਾਨ ਕੌਰ ਜੀ ਜੋ ਮੇਰੇ ਤੋਂ ਉਮਰ ਵਿੱਚ 2 ਸਾਲ ਵੱਡੀ ਸੀ, ਇੱਕ ਮੈਂ ਅਤੇ ਇੱਕ ਮੇਰਾ ਛੋਟਾ ਭਰਾ। ਛੋਟਾ ਭਰਾ 2 ਸਾਲ ਪਹਿਲੇ ਹੀ ਚੇਚਕ ਦੀ ਬਿਮਾਰੀ ਨਾਲ ਚਲਾਣਾ ਕਰ ਗਿਆ ਸੀ। ਦੇਸ਼ ਦੀ ਵੰਡ ਦੇ ਸਮੇਂ ਮੇਰੀ ਆਯੂ ਲਗਭਗ 12 ਸਾਲ ਦੀ ਹੋਵੇਗੀ। ਅਜੇ ਤੱਕ ਪਾਕਿਸਤਾਨ ਬਣਨ ਦਾ ਐਲਾਨ ਨਹੀਂ ਸੀ ਹੋਇਆ, ਪਰੰਤੂ ਸੂਬਾ ਸਰਹੱਦ ਵਿੱਚ ਲੁੱਟ ਮਾਰ, ਅੱਗਾਂ ਲਗਾਉਣ ਅਤੇ ਕਤਲੋਗਾਰਤ ਪੂਰੇ ਇਲਾਕੇ ਦੇ ਕੋਨੇ-ਕੋਨੇ ਵਿੱਚ ਸ਼ੁਰੂ ਹੋ ਗਈ ਸੀ। ਦੇਸ਼ ਦੀ ਵੰਡ ਮਜ਼ਹਬ ਦੇ ਆਧਾਰ 'ਤੇ ਨਸਲੀ ਵੰਡ ਸੀ। ਲੱਕੀ ਮਰਵਤ ਨੂੰ ਛੋੜਨਾ ਬੜਾ ਦੁਖਦਾਈ ਸੀ। ਇਸ ਅਸਥਾਨ ਨਾਲ ਮੇਰਾ ਲਗਾਓ ਇਸੇ ਕਰਕੇ ਨਹੀਂ ਸੀ ਕਿ ਇਹ ਮੇਰੀ ਮਾਤਰ ਭੂਮੀ ਸੀ, ਸਗੋਂ ਇਸ ਤੋਂ ਛੁੱਟ ਹੋਰ ਵੀ ਬੜੀਆਂ ਯਾਦਾਂ ਸਨ। ਮੈਂ ਸਵੇਰੇ ਦਰਿਆ ਗੰਭੀਲੇ 'ਤੇ ਇਸ਼ਨਾਨ ਕਰਨ ਰੋਜ਼ ਜਾਂਦਾ ਸੀ। ਇਸ ਦਰਿਆ ਦੇ 2 ਨਾਮ ਸਨ। ਜਿੱਥੋਂ ਇਹ ਦਰਿਆ ਨਿਕਲਦਾ ਸੀ ਇਸ ਨੂੰ ਉੱਥੇ ਟੋਚੀ ਕਹਿੰਦੇ ਸਨ
ਅਤੇ ਸਾਡੇ ਸ਼ਹਿਰ ਤੱਕ ਪਹੁੰਚਦਿਆਂ ਇਸ ਦਾ ਨਾਮ ਗੰਭੀਲਾ ਹੋ ਜਾਂਦਾ ਸੀ। ਅੱਗੇ ਚੱਲ ਕੇ ਇਹ ਦਰਿਆ ਮਾੜੀ ਇੰਡਸ ਕੋਲ ਦਰਿਆਏ ਸਿੰਧ ਵਿੱਚ ਜਾਂਦਾ ਸੀ ਅਤੇ ਉਸ ਦੇ ਵਿੱਚ ਹੀ ਲੀਨ ਹੋ ਜਾਂਦਾ ਸੀ। ਮੈਂ ਇਸ ਦਰਿਆ ਵਿੱਚ ਇਸ਼ਨਾਨ ਕਰਕੇ ਤੇ ਉੱਥੇ ਹੀ ਥੋੜ੍ਹਾ ਸਮਾਂ ਬੈਠ ਕੇ ਨਿਤਨੇਮ ਕਰ ਲੈਂਦਾ ਸਾਂ। ਉਹ ਸੁਹਾਵਣੇ ਦਿਨ ਮੈਨੂੰ ਅਜੇ ਤੱਕ ਵੀ ਯਾਦ ਹਨ। ਘਰਾਂ ਵਿੱਚ ਹੈਂਡ ਪੰਪ ਲੱਗੇ ਹੋਏ ਸਨ ਜਿਨ੍ਹਾਂ ਤੋਂ ਅਸੀਂ ਪਾਣੀ ਲੈਂਦੇ ਸਾਂ। ਜੇਕਰ ਜ਼ਿਆਦਾ ਪਾਣੀ ਦੀ ਲੋੜ ਹੋਵੇ ਤਾਂ ਦਰਿਆ ਤੋਂ ਹੀ ਬੈਲਾਂ ਤੇ ਖੱਚਰਾਂ 'ਤੇ ਢੋ ਕੇ ਲਿਆਉਣਾ ਪੈਂਦਾ ਸੀ। ਆਮ ਤੌਰ 'ਤੇ ਸਾਰੇ ਹੀ ਦਰਿਆ 'ਤੇ ਇਸ਼ਨਾਨ ਕਰਨ ਲਈ ਜਾਂਦੇ ਸਨ। ਮੈਂ ਵੀ ਸਵੇਰੇ ਦਰਿਆ 'ਤੇ ਤੋਂ ਹੀ ਇਸ਼ਨਾਨ ਕਰਕੇ ਆਉਂਦਾ ਸਾਂ। ਨਿਤਨੇਮ ਤਾਂ ਦਰਿਆ 'ਤੇ ਹੀ ਥੋੜ੍ਹਾ ਬਹੁਤ ਕਰ ਲੈਂਦਾ ਸਾਂ। ਘਰ ਆ ਕੇ ਚਾਹ ਪਾਣੀ ਪੀ ਬਸਤਾ ਚੁੱਕ ਗੁਰਦੁਆਰੇ ਮੱਥਾ ਟੇਕ ਖਾਲਸਾ ਪ੍ਰਾਇਮਰੀ ਸਕੂਲ ਪਹੁੰਚ ਜਾਂਦਾ ਸਾਂ। ਸਕੂਲ ਦੇ ਹੈੱਡ ਮਾਸਟਰ ਸਨ ਸਤਿਕਾਰਯੋਗ ਭਾਈ ਪੈੜਾ ਸਿੰਘ ਜੀ, ਜੋ ਬੜੇ ਹੀ ਧਾਰਮਿਕ ਬਿਰਤੀ ਦੇ ਮਾਲਕ ਸਨ। ਉਹਨਾਂ ਦਾ ਪਿਆਰ ਭਰਿਆ ਵਰਤਾਓ ਮੈਨੂੰ ਅੱਜ ਤੱਕ ਮੇਰੇ ਉਤਸ਼ਾਹ ਅਤੇ ਹਿੰਮਤ ਨੂੰ ਵਧਾਉਣ ਦਾ ਸਾਧਨ ਬਣਦਾ ਹੈ। ਅਖੀਰ ਸਾਨੂੰ ਆਪਣੀ ਜਨਮ ਭੂਮੀ ਛੱਡਣੀ ਪਈ। ਜਨਮ ਸਥਾਨ ਨੂੰ ਛੱਡਣ ਲੱਗਿਆਂ ਸਾਡਾ ਇਹ ਖਿਆਲ ਸੀ ਕਿ ਕੁਝ ਦਿਨਾਂ ਬਾਅਦ ਹੀ ਅਸੀਂ ਆਪਣੇ ਘਰਾਂ ਵਿੱਚ ਵਾਪਸ ਆ ਜਾਵਾਂਗੇ, ਪਰੰਤੂ ਨਹੀਂ, ਮੁੜ ਵਾਪਸ ਆਉਣਾ ਮੁਸ਼ਕਿਲ ਹੋ ਗਿਆ। 3-4 ਦਿਨਾਂ ਤੋਂ ਬਾਅਦ ਅਸੀਂ ਦਿੱਲੀ ਪਹੁੰਚੇ ਅਤੇ ਉੱਥੋਂ ਟ੍ਰੇਨ ਵਿੱਚ ਬਿਠਾ ਕੇ ਅਲਵਰ ਭੇਜ ਦਿੱਤਾ ਗਿਆ। ਹਰ ਮਾਤਾ ਪਿਤਾ ਨੂੰ ਭਵਿੱਖ ਬਾਰੇ ਚਿੰਤਾ ਹੁੰਦੀ ਹੈ। ਮੇਰੇ ਮਾਤਾ ਪਿਤਾ ਨੂੰ ਭਵਿੱਖ ਦੀ ਬੜੀ ਚਿੰਤਾ ਸੀ, ਪਰੰਤੂ ਮੈਨੂੰ ਤਾਂ ਇਹ ਚਿੰਤਾ ਬਹੁਤ ਹੀ ਜ਼ਿਆਦਾ ਸੀ। ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਇੱਥੇ ਸਕੂਲ ਵਿੱਚ ਗਏ ਤਾਂ ਪਤਾ ਲੱਗਾ ਕਿ ਇੱਥੇ ਤਾਂ ਮੀਡੀਅਮ ਹਿੰਦੀ ਹੈ। ਅਸੀਂ ਆਪਣੇ ਸ਼ਹਿਰ ਵਿੱਚ ਪੜ੍ਹਦੇ ਸਾਂ ਤਾਂ ਉੱਥੇ ਮੀਡੀਅਮ ਸੀ ਉਰਦੂ ਤੇ ਫਾਰਸੀ, ਜੋ ਕਿ ਸਾਡੇ ਸੂਬਾ ਸਰਹੱਦ ਵਿੱਚ ਲਾਗੂ ਸੀ। ਖੈਰ, ਮੈਨੂੰ ਪਹਿਲੀ ਕਲਾਸ ਵਿੱਚ ਬਿਠਾਇਆ ਗਿਆ। ਛੋਟੇ 5-5, 6-6 ਸਾਲ ਦੇ ਬੱਚਿਆਂ ਨਾਲ ਇੱਕ 12 ਸਾਲ ਦਾ ਬੱਚਾ ਕਿਵੇਂ ਬੈਠੇ। 5-10 ਦਿਨਾਂ ਬਾਅਦ ਹੀ ਮੇਰਾ ਦਿਲ ਉਕਤਾ ਗਿਆ ਅਤੇ ਮੈਂ ਡੂੰਘੀਆਂ ਸੋਚਾਂ ਵਿੱਚ ਡੁੱਬ ਗਿਆ। ਜਦ ਕਈ ਦਿਨ ਮੈਂ ਸਕੂਲ ਨਹੀਂ ਗਿਆ ਤਾਂ ਮਾਤਾ ਜੀ ਨੇ ਪੁੱਛ ਲਿਆ, ਬੇਟਾ ਸਕੂਲ ਕਿਉਂ ਨਹੀਂ ਜਾ ਰਿਹਾ? ਮੈਂ ਦੱਸਿਆ ਕਿ ਇੱਥੇ ਸਕੂਲ ਵਿੱਚ ਹਿੰਦੀ ਮੀਡੀਅਮ ਹੈ। ਮੇਰੇ ਪਿਤਾ ਜੀ, ਜਿਹੜੇ ਮੇਰੀ ਵਿੱਦਿਆ ਵਿੱਚ ਪੜ੍ਹਾਈ ਵਿੱਚ ਮੇਰਾ ਸ਼ੌਂਕ ਦੇਖ ਰਹੇ ਸਨ, ਇਹ ਉੱਤਰ ਸੁਣ ਕੇ ਕਹਿਣ ਲੱਗੇ ਕਿ ਬੇਟਾ, ਇੱਥੋਂ ਦੇ ਸਕੂਲ ਤੇਰੇ ਸ਼ੌਂਕ ਅਨੁਸਾਰ ਨਹੀਂ ਹਨ। ਇੱਥੇ ਹਿੰਦੀ ਮੀਡੀਅਮ ਹੈ। ਤੇਰਾ ਦਿਲ ਟੁੱਟ ਗਿਆ ਹੈ, ਹੁਣ ਤੂੰ ਕੀ ਕਰੇਂਗਾ? ਮੈਂ ਕਿਹਾ, ਪਿਤਾ ਜੀ, ਜੋ ਅਨਪੜ੍ਹ ਰਹਿ ਜਾਂਦੇ ਹਨ, ਕੀ ਪ੍ਰਮਾਤਮਾ ਉਹਨਾਂ ਨੂੰ ਰੋਜ਼ੀ ਨਹੀਂ ਦਿੰਦਾ? ਇਤਨੀ ਗੱਲ ਸੁਣ ਕੇ ਪਿਤਾ ਜੀ ਦੀਆਂ ਅੱਖਾਂ ਭਰ ਆਈਆਂ ਅਤੇ ਕਹਿਣ ਲੱਗੇ ਕਿ ਤੇਰਾ ਦਿਲ ਤੋੜ ਕੇ ਮੈਂ ਤੈਨੂੰ ਕੁਝ ਵੀ ਨਹੀਂ ਕਹਾਂਗਾ। ਮਾਤਾ ਪਿਤਾ ਦਾ ਇਕਲੌਤਾ ਬੇਟਾ ਹੋਣ ਕਰਕੇ ਉਹਨਾਂ ਦੋਹਾਂ ਦੇ ਪਿਆਰ ਅਤੇ ਮਮਤਾ ਦਾ ਕੇਂਦਰ ਬਣਿਆ ਹੋਇਆ ਸਾਂ, ਪਰੰਤੂ ਇੱਥੇ ਆ ਕੇ ਅੱਤ ਦੀ ਮੁਫਸਲੀ ਗਰੀਬੀ ਨੇ ਦਾਮਨ ਪਕੜ ਲਿਆ ਸੀ। ਮੇਰੇ ਪਿਤਾ ਜੀ ਨੇ ਇੱਕ ਰਾਸ਼ਨ ਡਿਪੂ 'ਤੇ ਮੁਲਾਜ਼ਮਤ ਕਰ ਲਈ। ਉੱਥੇ ਮਿੱਟੀ ਦਾ ਤੇਲ ਅਤੇ ਹੋਰ ਵਸਤੂਆਂ ਜੋ ਰਾਸ਼ਨ ਕਾਰਡ 'ਤੇ ਦਿੱਤੀਆਂ ਜਾਂਦੀਆਂ ਸਨ ਦੇਣ ਲੱਗ ਪਏ। ਪਿਤਾ ਜੀ ਦੀ ਤਨਖਾਹ 30 ਰੁਪਈਏ ਮਹੀਨਾ ਰੱਖੀ ਗਈ ਸੀ। ਮੈਂ ਕਈ ਦਿਨ ਵਿਹਲਾ ਫਿਰਦਾ ਰਿਹਾ। ਅਚਾਨਕ ਇੱਕ ਫੈਕਟਰੀ ਜਿਸ ਵਿੱਚ ਗਲੇਜ਼ਡ ਭਾਂਡੇ, ਪਿਆਲੇ ਇਤਿਆਦਿਕ ਬਣਾਏ ਜਾਂਦੇ ਸਨ, ਉੱਥੇ ਪੈਕਿੰਗ ਕਰਨ ਲਈ ਬੱਚਿਆਂ ਦੀ ਲੋੜ ਸੀ। ਉਹਨਾਂ ਨੇ ਬੱਚਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਮੈਂ ਵੀ ਚਲਿਆ ਗਿਆ। ਫੈਕਟਰੀ ਦੇ ਪ੍ਰਬੰਧਕਾਂ ਨੇ ਮੈਨੂੰ ਵੀ ਰੱਖ ਲਿਆ ਅਤੇ 20 ਰੁਪਏ ਮਹੀਨਾ ਮੇਰੀ ਤਨਖਾਹ ਨਿਯਤ ਕਰ ਲਈ। ਦੂਸਰੇ ਦਿਨ 8 ਵਜੇ ਮੈਂ ਫੈਕਟਰੀ ਪਹੁੰਚਣਾ ਸੀ। 7 ਵਜੇ ਹੀ ਮੈਂ ਮਾਤਾ ਜੀ ਨੂੰ ਕਿਹਾ ਕਿ ਮਾਂ, ਮੈਨੂੰ 2 ਪ੍ਰਸ਼ਾਦੇ ਨਾਲ ਲਿਜਾਣ ਲਈ ਬੰਨ੍ਹ ਦਿਓ, ਮੈਂ ਅੱਜ ਕੰਮ 'ਤੇ ਜਾਣਾ ਹੈ। ਇਹ ਸੁਣ ਕੇ ਮਾਤਾ ਜੀ ਬੜੇ ਹੈਰਾਨ ਹੋਏ ਅਤੇ ਕਹਿਣ ਲੱਗੇ ਕਿ ਬੇਟਾ, ਤੂੰ ਕੰਮ ਕਰਨ ਵਾਸਤੇ ਜਾਣਾ ਹੈ?
मैं कहा, हाँ माता जी, मैं अज काम ते जाना है। छोटे छोटे बच्चियां नूं काम मिल रहा सी ते मैं भी चला गया अते मैनू उन्हां ने नौकरी ते रख लिया। पिता जी ने भी मैनू घुट के अपनी छाती नाल लगा लिया। भैन सुजान कौर दियां भी भैन सुजान कौर दियां भी वीर नूं काम ते जांदियां देख ਅੱਖਾਂ ਭਰ ਆਈਆਂ। ਮਾਤਾ ਜੀ ਨੇ 2 ਪ੍ਰਸ਼ਾਦੇ ਅਤੇ ਭਿੰਡੀਆਂ ਦੀ ਥੋੜ੍ਹੀ ਜਿਹੀ ਸਬਜ਼ੀ ਪ੍ਰਸ਼ਾਦਿਆਂ ਵਿੱਚ ਰੱਖ ਕੇ ਮੈਨੂੰ ਦੇ ਦਿੱਤੀ। ਮੈਂ ਰੋਟੀ ਤੇ ਇੱਕ ਸਬਜ਼ੀ ਇੱਕ ਸਾਫ਼ ਕੱਪੜੇ ਵਿੱਚ ਬੰਨ੍ਹ ਕੇ ਫੈਕਟਰੀ, ਜੋ ਲਗਭਗ 1 ਮੀਲ ਦੀ ਦੂਰੀ 'ਤੇ ਸੀ, ਪੈਦਲ ਹੀ ਫੈਕਟਰੀ ਸਮੇਂ 'ਤੇ ਪਹੁੰਚ ਗਿਆ। ਸਾਰੀ ਲੇਬਰ ਪੈਦਲ ਹੀ ਆਉਂਦੀ ਸੀ। ਕੋਈ ਵੱਡੇ ਅਹੁਦੇ ਵਾਲਾ ਹੀ ਸਾਈਕਲ 'ਤੇ ਆਉਂਦਾ ਸੀ। ਮੈਂ ਇਹ ਕੰਮ ਰੋਜ਼ ਹੀ ਸਮੇਂ ਸਿਰ ਪਹੁੰਚ ਕੇ ਕਰਨ ਲੱਗ ਪਿਆ, ਪਰ ਬੜੀ ਬੇਚੈਨੀ ਨਾਲ, ਕਿਉਂਕਿ ਮੇਰਾ ਮਨ ਤਾਂ ਕਿਤੇ ਹੋਰ ਹੀ ਰਹਿੰਦਾ ਸੀ। ਹੱਥ ਤਾਂ ਕੰਮ ਕਰਦੇ ਸਨ, ਪਰ ਮਨ ਮੇਰਾ ਕਿਤੇ ਦੂਰ ਹੀ ਉਡਾਰੀਆਂ ਲਾਉਂਦਾ ਰਹਿੰਦਾ ਸੀ। ਮੇਰੀਆਂ ਪਿਆਸੀਆਂ ਅੱਖਾਂ ਆਪਣੇ ਅਕਾਲ ਪੁਰਖ ਅੱਗੇ ਹੀ ਅਰਦਾਸ ਹੀ ਕਰਦੀਆਂ ਰਹਿੰਦੀਆਂ ਸਨ ਕਿ ਹੇ ਸੱਚੇ ਪਾਤਸ਼ਾਹ, ਕੀ ਮੇਰਾ ਇਹੋ ਹੀ ਭਵਿੱਖ ਹੈ ਕਿ ਮੈਂ ਇਹ ਬਰਤਨ ਪੈਕਿੰਗ ਕਰਦਿਆਂ ਹੀ ਜੀਵਨ ਬਤੀਤ ਕਰ ਦਿਆਂਗਾ। ਮੈਂ ਲਗਾਤਾਰ ਅਜਿਹਾ ਕੰਮ ਕਦੇ ਨਹੀਂ ਕੀਤਾ ਸੀ, ਪਰੰਤੂ ਬਾਕੀ ਬੱਚਿਆਂ ਵੱਲ ਵੇਖ ਵੇਖ ਮੈਨੂੰ ਉਤਸ਼ਾਹ ਮਿਲਦਾ ਸੀ ਤੇ ਮੈਂ ਕੰਮ ਕਰਨ ਲੱਗ ਪਿਆ। ਜਦੋਂ ਮੈਨੂੰ ਮਹੀਨੇ ਦੇ 20 ਰੁਪਏ ਮਿਲਣੇ, ਮੈਂ ਘਰ ਆ ਕੇ ਮਾਤਾ ਪਿਤਾ ਅੱਗੇ ਰੱਖ ਦੇਣੇ। ਮੇਰੇ ਵਾਂਗ ਹੀ 40-50 ਬੱਚੇ ਹੋਰ ਵੀ ਆਪਣੀ ਜਨਮ ਭੂਮੀ ਤੋਂ ਲੁੱਟੇ ਪੁੱਟੇ ਆਏ ਸਨ। ਉਹਨਾਂ ਦੇ ਮਾਤਾ ਪਿਤਾ ਦੇ ਵੀ ਆਰਥਿਕ ਹਾਲਾਤ ਠੀਕ ਨਹੀਂ ਸਨ, ਪਰ ਮੈਂ ਕੇਵਲ 3 ਮਹੀਨੇ ਹੀ ਮਨ ਨੂੰ ਮਾਰ ਕੇ ਕੰਮ ਕੀਤਾ ਅਤੇ ਮਨ ਨਾ ਮੰਨਣ ਕਰਕੇ ਮੈਂ ਕੰਮ ਛੱਡ ਦਿੱਤਾ। ਇੱਕ ਹੋਰ ਦਫ਼ਤਰ ਵਿੱਚ ਨੌਕਰੀਆਂ ਲਈ ਥਾਵਾਂ ਨਿਕਲੀਆਂ। ਦੇਸ਼ ਦੀ ਵੰਡ ਤੋਂ ਬਾਅਦ ਨਵੇਂ ਦਫ਼ਤਰਾਂ ਵਿੱਚ ਰਿਫਿਊਜੀ ਬੱਚਿਆਂ ਨੂੰ ਨੌਕਰੀ ਦੇਣ ਲਈ ਪਹਿਲ ਦਿੱਤੀ ਜਾਂਦੀ ਸੀ। ਮੇਰੇ ਕੋਲੋਂ ਜਦੋਂ ਪੁੱਛਿਆ ਗਿਆ ਕਿ ਕਿੰਨਾ ਪੜ੍ਹਿਆ ਹੈ, ਤਾਂ ਮੈਂ ਉੱਤਰ ਸੰਖੇਪ ਵਿੱਚ ਦਿੱਤਾ ਕਿ ਮੈਂ ਮੈਟ੍ਰਿਕ ਵੀ ਪਾਸ ਨਹੀਂ ਕਰ ਸਕਿਆ। ਤਾਂ ਪ੍ਰਬੰਧਕ ਕਹਿਣ ਲੱਗਾ ਕਿ ਤੈਨੂੰ ਅਸੀਂ ਕਲਰਕੀ ਦੀ ਨੌਕਰੀ ਨਹੀਂ ਦੇ ਸਕਦੇ, ਨਾਲੇ ਤੇਰੀ ਉਮਰ ਵੀ ਛੋਟੀ ਹੈ ਕਿਉਂਕਿ ਤੂੰ ਇੱਕ ਰਿਫਿਊਜੀ ਹੈ ਅਤੇ ਸਾਨੂੰ ਸੈਂਟਰ ਵੱਲੋਂ ਹਦਾਇਤ ਹੈ ਕਿ ਰਿਫਿਊਜੀ ਬੱਚੇ ਨੂੰ ਕੋਈ ਘਾਟ ਹੋਣ ਦੇ ਬਾਵਜੂਦ ਵੀ ਨੌਕਰੀ ਜ਼ਰੂਰ ਹੀ ਦੇਣੀ ਹੈ। ਸੋ ਤੈਨੂੰ ਮੈਂ ਪੀਐਨ ਦੀ ਨੌਕਰੀ ਦੇ ਸਕਦਾ ਹਾਂ। ਤੂੰ ਸਿਰਫ ਗੇਟ 'ਤੇ ਹੀ ਬੈਠੇ ਰਹਿਣਾ ਹੈ। ਕੁਝ ਮਹੀਨੇ ਮੈਂ ਇਹ ਨੌਕਰੀ ਵੀ ਕਰਕੇ ਵੇਖ ਲਈ। ਬੈਠਾ ਤਾਂ ਮੈਂ ਗੇਟ 'ਤੇ ਹੁੰਦਾ ਸੀ, ਪਰ ਮੇਰਾ ਮਨ ਕਿਸੇ ਅਜਿਹੇ ਦੁਆਰ ਦੀ ਖੋਜ ਪਿੱਛੇ ਘੁੰਮਦਾ ਰਹਿੰਦਾ ਸੀ ਜਿੱਥੋਂ ਮੈਨੂੰ ਜੀਵਨ ਦਾ ਲਕਸ਼ ਪ੍ਰਾਪਤ ਹੋ ਸਕੇ। ਆਖਰ ਇੱਥੋਂ ਵੀ ਮੈਂ ਕੰਮ ਛੱਡ ਦਿੱਤਾ। ਅਚਾਨਕ ਰੇਲਵੇ ਵਿੱਚ ਨੌਕਰੀਆਂ ਲਈ ਥਾਵਾਂ ਨਿਕਲੀਆਂ। ਪਿਤਾ ਜੀ ਕਹਿਣ ਲੱਗੇ, ਬੇਟਾ ਤੂੰ 10ਵੀਂ ਵੀ ਪਾਸ ਕਰ ਨਹੀਂ ਸਕਿਆ, ਤੇਰੀ ਤਮੰਨਾ ਅਨੁਸਾਰ ਤੈਨੂੰ ਰੇਲਵੇ ਵਿੱਚ ਵੀ ਕੰਮ ਨਹੀਂ ਮਿਲ ਸਕਦਾ। ਜੇਕਰ ਮਿਲ ਵੀ ਗਿਆ ਤਾਂ ਤੂੰ ਉੱਥੋਂ ਵੀ ਨੌਕਰੀ ਛੱਡ ਦੇਵੇਂਗਾ। ਰੇਲਵੇ ਵਿੱਚ ਭਰਤੀ ਸ਼ੁਰੂ ਸੀ। ਪਤਾ ਲੱਗਾ ਕਿ 5 ਸਾਲ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਟ੍ਰੇਨਿੰਗ ਤੋਂ ਬਾਅਦ ਸਾਨੂੰ ਇੰਜਨ ਦਾ ਡਰਾਈਵਰ ਬਣਾਇਆ ਜਾਵੇਗਾ। ਇਹ ਪਤਾ ਲੱਗਣ ਤੇ ਮੇਰੇ ਅੰਦਰ ਸ਼ੌਂਕ ਜਾਗ ਗਿਆ ਕਿ ਸ਼ਾਇਦ ਰੇਲਵੇ ਵਿੱਚ ਡਰਾਈਵਰ ਦੀ ਨੌਕਰੀ ਮਿਲ ਜਾਵੇ ਅਤੇ ਇਸੇ ਤਰ੍ਹਾਂ ਜੀਵਨ ਯਾਤਰਾ ਪੂਰੀ ਹੋ ਜਾਏ। ਮੈਂ ਰੇਲਵੇ ਵਿੱਚ ਵੀ ਭਰਤੀ ਹੋ ਗਿਆ। ਕੋਟਾ ਤੇ ਮੌਂਡਕ ਤੱਕ ਇੱਕ ਛੋਟਾ ਸ਼ਿਟਿੰਗ ਇੰਜਨ ਜੋ ਪਾਣੀ ਦੇ 7-8 ਟੈਂਕਰ ਭਰ ਕੇ ਕੋਟਾ ਤੋਂ ਚੱਲਦਾ ਸੀ ਅਤੇ ਰਾਹ ਵਿੱਚ ਰੋਡ ਸਾਈਡ ਦੇ ਛੋਟੇ ਸਟੇਸ਼ਨਾਂ 'ਤੇ ਪਾਣੀ ਛੱਡ ਕੇ ਅਤੇ ਇੱਕ ਦਿਨ ਪਹਿਲਾਂ ਦੇ ਛੱਡੇ ਖਾਲੀ ਟੈਂਕਰਾਂ ਨੂੰ ਆਪਣੇ ਨਾਲ ਜਾਇੰਟ ਕਰਕੇ ਸਵੇਰ ਦਾ ਚੱਲਿਆ ਸ਼ਾਮ ਨੂੰ ਕਦੀ 7-8 ਤੇ ਕਦੀ 10-11 ਵਜੇ ਵਾਪਸ ਪਹੁੰਚਦਾ ਸੀ। ਡਰਾਈਵਰ ਯਹੂਦੀ ਸੀ, ਇੱਕ ਫਾਇਰਮੈਨ ਰਾਜਸਥਾਨੀ ਅਤੇ ਦੂਜਾ ਯੂਪੀ ਪ੍ਰਾਂਤ ਦਾ ਸੀ। ਤਿੰਨਾਂ ਦੀ ਮੇਰੇ ਨਾਲ ਪੂਰੀ ਹਮਦਰਦੀ ਸੀ। ਜਦੋਂ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਅਸੀਂ ਪਾਕਿਸਤਾਨ ਤੋਂ ਬਰਬਾਦ ਹੋ ਕੇ ਆਏ ਹਾਂ, ਤਾਂ ਯਹੂਦੀ ਡਰਾਈਵਰ, ਜਿਸ ਕੋਲ ਕੋਈ ਸੰਤਾਨ ਨਹੀਂ ਸੀ, ਇਹ ਸੁਣ ਕੇ ਮੈਨੂੰ ਆਪਣੇ ਬੇਟੇ ਵਾਂਗ ਪਿਆਰ ਕਰਨ ਲੱਗ ਪਿਆ ਅਤੇ ਇੰਜਨ ਦੇ ਸਾਰੇ ਗੁਰ ਮੈਨੂੰ ਦੱਸਣ ਲੱਗ ਪਿਆ। ਕਦੀ ਮੈਨੂੰ ਉਹ ਆਪਣੀ ਸੀਟ 'ਤੇ ਵੀ ਬਿਠਾ ਦਿੰਦਾ ਸੀ। ਮੈਂ 8-10 ਮੀਲ ਇੰਜਣ ਚਲਾ ਲੈਂਦਾ ਸਾਂ।
ਐਕਸੀਲੇਟਰ ਇੱਕ ਵਾਰ ਹੱਥ ਨਾਲ ਉੱਚਾ ਕਰਨ 'ਤੇ ਇੰਜਨ ਤਾਂ ਆਪਣੇ ਆਪ ਹੀ ਚੱਲਦਾ ਰਹਿੰਦਾ ਸੀ। ਸਾਡਾ ਇੰਜਨ ਛੋਟਾ ਸੀ, ਜਿਸ ਦੇ ਪਿੱਛੇ 5-7 ਪਾਣੀ ਦੇ ਟੈਂਕਰ ਲੱਗੇ ਹੁੰਦੇ ਸਨ। ਕਈ ਵਾਰ ਮੈਂ ਬਹੁਤ ਹੀ ਥੱਕ ਜਾਂਦਾ ਸਾਂ, ਕਿਉਂਕਿ ਸਵੇਰ ਦਾ ਗਿਆ ਸ਼ਾਮ ਨੂੰ ਵਾਪਸ ਘਰ ਪਹੁੰਚਦਾ ਸਾਂ। ਡਰਾਈਵਰ ਅਤੇ ਦੋਵੇਂ ਫਾਇਰਮੈਨ ਸੱਜਣ ਆਪੋ ਆਪਣੇ ਰੋਟੀ ਦੇ ਟਿਫਨ ਨਾਲ ਲਿਆਉਂਦੇ ਸਨ। ਉਹ ਪਰਿਵਾਰਾਂ ਵਾਲੇ ਸਨ, ਘਰੋਂ ਉਹਨਾਂ ਨੂੰ ਰੋਟੀ ਦੇ ਟਿਫਨ ਮਿਲਦੇ ਸਨ। ਮੇਰੇ ਕੋਲ ਇਸ ਤਰ੍ਹਾਂ ਕੋਈ ਟਿਫਨ ਦਾ ਪ੍ਰਬੰਧ ਨਹੀਂ ਸੀ। ਸਟੇਸ਼ਨ 'ਤੇ ਇੱਕ ਛੋਟੀ ਜਿਹੀ ਥਾਂ ਰਹਿਣ ਲਈ ਮਿਲੀ ਹੋਈ ਸੀ। ਮੈਂ ਕਦੀ ਰੋਟੀ ਬਣਾ ਕੇ ਦੇਖੀ ਨਹੀਂ ਸੀ। 1947 ਵਿੱਚ ਰੇਲਵੇ ਸਟੇਸ਼ਨਾਂ 'ਤੇ ਇਸ ਤਰ੍ਹਾਂ ਦੇ ਹੋਟਲ ਜਾਂ ਰੈਸਟੋਰੈਂਟ ਨਹੀਂ ਸਨ ਹੁੰਦੇ, ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ। ਮੈਂ ਰਾਤ ਨੂੰ ਕਦੀ-ਕਦੀ ਸ਼ਹਿਰੋਂ ਹੋਟਲ 'ਤੇ ਜਾ ਕੇ 4 ਫੁਲਕੇ ਅਤੇ ਦਾਲ ਸਬਜ਼ੀ ਲੈ ਆਉਂਦਾ ਸਾਂ ਅਤੇ ਖਾ ਲੈਂਦਾ ਸਾਂ। ਇੱਕ ਅੱਧੀ ਰੋਟੀ ਬਚਾ ਕੇ ਰੱਖ ਲੈਂਦਾ ਸਾਂ ਅਤੇ ਸਵੇਰੇ ਡਿਊਟੀ 'ਤੇ ਜਾਣ ਲੱਗਿਆਂ ਨਾਲ ਲੈ ਜਾਂਦਾ ਸਾਂ। ਰੋਟੀ ਖਾਣ ਦੇ ਸਮੇਂ ਦਾਲ ਜਾਂ ਸਬਜ਼ੀ ਮੇਰੇ ਸਾਥੀ ਮੈਨੂੰ ਦੇ ਦਿੰਦੇ ਸਨ ਅਤੇ ਮੈਂ ਉਹ ਇੱਕ ਫੁਲਕਾ ਖਾ ਕੇ ਹੀ ਸਬਰ ਕਰ ਲੈਂਦਾ ਸਾਂ। ਸ਼ਾਮ ਨੂੰ ਜਦੋਂ ਥੱਕ ਕੇ ਘਰ ਆਉਂਦਾ ਤਾਂ ਮੂੰਹ ਹੱਥ ਧੋ ਕੇ ਗੁਰਦੁਆਰਾ ਸਾਹਿਬ ਦਾ ਰੁਖ ਕਰਨਾ ਅਤੇ ਥੋੜ੍ਹੀ ਦੂਰ ਸ਼ਹਿਰ ਜਾ ਕੇ ਹੋਟਲ ਤੋਂ 2-3 ਪ੍ਰਸ਼ਾਦੇ ਛਕਣੇ ਅਤੇ 1-2 ਨਾਲ ਲੈ ਆਉਣੇ। ਇਹੋ ਮੇਰਾ ਨਿੱਤ ਦਾ ਨਿਯਮ ਬਣ ਗਿਆ। ਪਰੰਤੂ ਇੱਥੇ ਵੀ ਮੈਂ 5-6 ਮਹੀਨਿਆਂ ਤੋਂ ਜ਼ਿਆਦਾ ਨਾ ਠਹਿਰ ਸਕਿਆ। ਮੇਰੇ ਤੜਪ ਰਹੇ ਦਿਲ ਨੇ ਮੈਨੂੰ ਚੈਨ ਨਾ ਲੈਣ ਦਿੱਤਾ। ਮੇਰੇ ਭਾਵੁਕ ਮਨ ਨੇ ਮੇਰੀਆਂ ਭਾਵਨਾਵਾਂ ਨੂੰ ਚੋਟ ਲੱਗਦੀ ਵੇਖੀ ਤਾਂ ਮੈਂ ਅਗੰਮੀ ਸੋਚਾਂ ਵਿੱਚ ਪੈ ਕੇ ਬਿਨਾਂ ਅਸਤੀਫਾ ਦਿੱਤਿਆਂ, ਬਿਨਾਂ ਸਾਥੀਆਂ ਨੂੰ ਦੱਸਿਆ ਵਾਪਸ ਅਲਵਰ ਆ ਗਿਆ। ਮੇਰੇ ਪਿਤਾ ਜੀ ਨੇ ਮੈਨੂੰ ਨੌਕਰੀ ਛੱਡ ਕੇ ਵਾਪਸ ਆਉਂਦਿਆਂ ਵੇਖ ਕੇ ਕਿਹਾ ਕਿ ਬੇਟਾ, ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਇਹ ਕੰਮ ਵੀ ਨਹੀਂ ਕਰ ਸਕੇਂਗਾ। ਮੈਂ ਕਿਹਾ ਪਿਤਾ ਜੀ, ਮੈਨੂੰ ਉੱਥੇ ਕੋਈ ਕਸ਼ਟ ਨਹੀਂ ਸੀ। ਮੇਰੇ ਸਾਥੀ ਬੜੇ ਚੰਗੇ ਸਨ ਅਤੇ ਮੇਰੇ ਪਾਸੋਂ ਕੋਈ ਭਾਰਾ ਕੰਮ ਨਹੀਂ ਕਰਵਾਉਂਦੇ ਸਨ। ਮੈਂ ਉਹਨਾਂ ਨੂੰ ਆਪਣੇ ਬੇਟੇ ਵਾਂਗ ਮੈਨੂੰ ਉਹ ਆਪਣੇ ਬੇਟੇ ਵਾਂਗ ਪਿਆਰ ਕਰਦੇ ਸਨ ਅਤੇ ਕੰਮ ਵੀ ਬੜੇ ਪਿਆਰ ਨਾਲ ਸਿਖਾਉਂਦੇ ਸਨ। ਪਰੰਤੂ ਪਿਤਾ ਜੀ, ਮੇਰਾ ਮਨ ਕੰਮ ਵਿੱਚ ਨਹੀਂ ਸੀ ਲੱਗਦਾ। 5-10 ਦਿਨ ਘਰ ਵਿੱਚ ਵਿਹਲਿਆਂ ਰਹਿਣ 'ਤੇ ਪਿਤਾ ਜੀ ਨੇ ਮੈਨੂੰ ਥੋੜ੍ਹੀ ਸਖਤੀ ਨਾਲ ਪੁੱਛਿਆ ਕਿ ਕੀ ਤੂੰ ਹੁਣ ਬੱਕਰੀਆਂ ਜਾਂ ਖੋਤੇ ਚਰਾਏਂਗਾ? ਚੰਗੀ ਭਲੀ ਰੇਲਵੇ ਦੀ ਨੌਕਰੀ ਤੈਨੂੰ ਮਿਲੀ ਸੀ, ਪਰੰਤੂ ਉਹ ਵੀ ਛੱਡ ਕੇ ਘਰ ਆ ਕੇ ਵਿਹਲਾ ਬੈਠ ਗਿਆ ਹੈ। ਕੀ ਹੁਣ ਖੋਤੇ ਚਰਾਏਂਗਾ? ਅੱਜ ਤੱਕ ਮੈਨੂੰ ਪਿਤਾ ਜੀ ਪਾਸੋਂ ਅਜਿਹੇ ਕੜਵੇ ਬੋਲ ਸੁਣਨ ਨੂੰ ਨਹੀਂ ਸਨ ਮਿਲੇ। ਘਰ ਵਿੱਚ ਕਿਉਂਕਿ ਇੱਕੋ ਇੱਕ ਬੇਟਾ ਹੋਣ ਕਰਕੇ ਸਾਰੇ ਪਰਿਵਾਰ ਕੋਲੋਂ ਮੈਨੂੰ ਬੜਾ ਪਿਆਰ ਮਿਲਦਾ ਸੀ। ਸਾਰੀ ਰਾਤ ਮੈਂ ਠੀਕ ਤਰ੍ਹਾਂ ਸੌਂ ਨਾ ਸਕਿਆ ਅਤੇ ਕਦੀ ਅੱਖਾਂ 'ਚੋਂ ਅੱਥਰੂ ਵਗਦੇ ਅਤੇ ਕਦੀ